ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਚਕਰ ਚਿਹਨ ਅਰ ਬਰਨ ਜਾਤ ਹਰ ਪਾਤ ਨਹਿਨ ਜਿਹ ਰੂਪ ਰੰਗ ਅਰ ਰੇਖ ਏਕ ਕੋ ਕਹਿ ਨ ਸਕਤ ਕੇ ਅਚਲ ਮੂਰਤ ਅਨਭਉ ਪ੍ਰਕਾਸ਼ ਅਮਤੋਜ ਕਹਿਜੈ ਕੋਟ ਇੰਦਰ ਇੰਦਰਾਣ ਸਾਹੇ ਸਾਹਾਣ ਗਣਜੈ ਤ੍ਰੇ ਭਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਨ ਤ੍ਰਿਣ ਕਹਿਤ ਤਬ ਸਰਬ ਨਾਮ ਕਥੈ ਕਵਨ ਕਰਮ ਨਾਮ ਵਰਣਤ ਸਮਤ ਤਬ ਸਰਬ ਨਾਮ ਕਥੈ ਕਵਨ ਕਰਮ ਨਾਮ ਵਰਣਤ ਸਮਤ ਪੁਰ ਧਰ ਵਿਚਾਰ ਮੁਰਾਰ ਰਮੋ ਰਾਮ ਮਨ ਮੋਹਨ ਨਾਮ ਜਪੀਨੇ ਅਦ੍ਰਿਸ਼ਟ ਅਗੋਚਰ ਅਪਰੰਪਰ ਸੁਆਮੀ ਗੁਰਪੂਰੈ ਪ੍ਰਗਟ ਕਰ ਦੀਨੇ ਰਾਮ ਪਾਰਸ ਚੰਦਨ ਹਾਮ ਕਾਸ਼ਟ ਲੋਸਟ ਹਰ ਸੰਗ ਹਰੀ ਸਤ ਸੰਗ ਭਏ ਹਰ ਕੰਚਨ ਚੰਦਨ ਕੀਨੇ ਨਵ ਛੇ ਖਟ ਬੋਲਹ ਮੁਖ ਆਗਰ ਮੇਰਾ ਹਰ ਪ੍ਰਭ ਇਵ ਨਾ ਪਤੀਨੇ ਜਨ ਨਾਨਕ ਹਰ ਹਿਰਦੈ ਸਦ ਧਿਆਵੋ ਇਉ ਹਰ ਪ੍ਰਭ ਮੇਰਾ ਭੀਨੇ ਜਨ ਨਾਨਕ ਹਰ ਹਿਰਦੈ ਸਦ ਧਿਆਵੋ ਇਉ ਹਰ ਪ੍ਰਭ ਮੇਰਾ ਭੀਨੇ ਹਮ ਅਵਗੁਣ ਭਰੇ ਏਕ ਗੁਣ ਨਾਹੀ ਅੰਮ੍ਰਿਤ ਛਾੜ ਬਿਖੈ ਬਿਖ ਖਾਈ ਮਾਇਆ ਮੋਹ ਭਰਮ ਪੈ ਭੂਲੇ ਸੁਤ ਦਾਰਾ ਸਿਉ ਪ੍ਰੀਤ ਲਗਾਈ ਇਕ ਉਤਮ ਪੰਥ ਸੁਨਿਓ ਗੁਰ ਸੰਗਤ ਤੇਹ ਮਿਲੰਤ ਜਮ ਤਰਾਸ ਮਿਟਾਈ ਇਕ ਅਰਦਾਸ ਪਾਠ ਕੀਰਤ ਕੀ ਗੁਰ ਰਾਮਦਾਸ ਰਾਖੋ ਸਰਣਾਈ ਸੁਖੋ ਟਲ ਗੁਰ ਸੇਵੀਐ ਅਹਨਸ ਸਹਜ ਸੁਭਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ ਹੋਵੈ ਸਿਫਤ ਖਸਮੰਦੇ ਨੂਰ ਅਰਸਾ ਕੁਰਸਾ ਚਟੀਐ
ਜਦ ਡਿਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕੱਟੀਐ। ਸੱਜਣ ਸੱਚਾ ਪਾਤਸ਼ਾਹ, ਸਿਰ ਸਾਹਾਂ ਸਾਹੋ, ਜਿਸ ਪਾਸ ਬੈਠਿਆ ਸੋਹੀਐ, ਸਭਨਾ ਦਾ ਵਿਸਾਹੋ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ਼ਲੋਕ ਮਹੱਲਾ ਪੰਜਵਾ। ਆਦ ਮਦ ਅਰ ਅੰਤ, ਪਰਮੇਸ਼ਰ ਰੱਖਿਆ। ਸਤਿਗੁਰ ਦਿੱਤਾ ਹਰ ਨਾਮ, ਅੰਮ੍ਰਿਤ ਚਖਿਆ। ਆਦ ਮਧ ਅਰ ਅੰਤ, ਪਰਮੇਸ਼ਰ ਰੱਖਿਆ। ਸਤਿਗੁਰ ਦਿੱਤਾ ਹਰ ਨਾਮ, ਅੰਮ੍ਰਿਤ ਚਖਿਆ। ਸਾਧਾ ਸੰਗ ਅਪਾਰ, ਅਨ ਦਿਨ ਹਰ ਗੁਣ ਰਵੈ। ਪਾਏ ਮਨੋਰਥ ਸਭ, ਜੋਨੀ ਨਹਿ ਭਵੈ। ਸਭ ਕਿਛ ਕਰਤੇ ਹੱਥ, ਕਾਰਣ ਜੋ ਕਰੈ। ਨਾਨਕ ਮੰਗੈ ਦਾਨ, ਸੰਤਾ ਧੂਰ ਧਰੈ। ਮਹੱਲਾ ਪੰਜਵਾ। ਤਿਸਨੋ ਮਨ ਵਸਾਏ, ਜਿਨ ਉਪਾਇਆ। ਜਿਨ ਜਨ ਧਿਆਇਆ ਖਸਮ, ਤਿਨ ਸੁਖ ਪਾਇਆ। ਸਫਲ ਜਨਮ ਪਰਵਾਨ, ਗੁਰਮੁਖ ਆਇਆ। ਹੁਕਮੈ ਬੁਝ ਨਿਹਾਲ, ਖਸਮ ਫੁਰਮਾਇਆ। ਜਿਸ ਹੋਆ ਆਪ ਕਿਰਪਾਲ, ਸੋ ਨਹਿ ਪਰਮਾਇਆ। ਜੋ ਜੋ ਦਿੱਤਾ ਖਸਮ, ਸੋਈ ਸੁਖ ਪਾਇਆ। ਨਾਨਕ ਜਿਸਹਿ ਦਇਆਲ, ਬੁਝਾਏ ਹੁਕਮ ਮਿਤ। ਜਿਸੈ ਭੁਲਾਏ ਆਪ, ਮਰ ਮਰ ਜਮਹਿ ਨਿਤ। ਪੌੜੀ। ਨਿੰਦਕ ਮਾਰੇ ਤਤਕਾਲ, ਖਿਨ ਟੇਕਣ ਨਾ ਦਿੱਤੇ। ਪ੍ਰਭ ਦਾਸ ਕਾ ਦੁਖ ਨਾ ਖਬ ਸਕਹਿ, ਫੜ ਜੋਨੀ ਜੁਤੇ। ਮੱਥੇ ਵਾਲ ਪਛਾੜਿਅਨ, ਜਮ ਮਾਰਗ ਮੁੱਤੇ। ਦੁਖ ਲੱਗੈ ਬਿਲ ਲਾਣਿਆ, ਨਰਕ ਘੋਰ ਸੁੱਤੇ। ਕੰਠ ਲਾਏ ਦਾਸ ਰਖਿਅਨ, ਨਾਨਕ ਹਰ ਸਤੇ। ਦੁਖ ਲੱਗੈ ਬਿਲ ਲਾਣਿਆ, ਨਰਕ ਘੋਰ ਸੁੱਤੇ। ਕੰਠ ਲਾਏ ਦਾਸ ਰਖਿਅਨ, ਨਾਨਕ ਹਰ ਸਤੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਸਨਮਾਨਯੋਗ ਗੁਰੂ ਕੀ ਸਾਜੀ ਔਰ ਨਿਵਾਜੀ ਹੋਈ ਗੁਰੂ ਖਾਲਸਾ ਸਾਧ ਸੰਗਤ ਜੀਓ। ਨੌਵੇਂ ਪਾਤਸ਼ਾਹ
ਜਗਤ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੇ ਪਵਿੱਤਰ ਪਾਵਨ ਚਰਨ ਛੋਹ ਪ੍ਰਾਪਤ ਇਤਿਹਾਸਕ ਸਥਾਨ ਤੇ ਦੇਨ ਦੁਨੀਆ ਦੇ ਮਾਲਕ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਵਿੱਤਰ ਹਜ਼ੂਰੀ 'ਚ ਹਾਜ਼ਰੀਆਂ ਭਰ ਕੇ ਆਪਣੇ ਜੀਵਨ ਦੀਆਂ ਘੜੀਆਂ ਗੁਰੂ ਲੇਖੇ ਲਾਉਂਦਿਆਂ ਸਫਲਾ ਔਰ ਸਕਾਰਥਾ ਕਰ ਰਹੇ ਹੋ। ਜਗਤ ਗੁਰੂ ਪਾਤਸ਼ਾਹ ਨੇ ਅੰਮ੍ਰਿਤ ਵੇਲੇ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜਗਤਨਾਥ ਸਤਿਗੁਰਾਂ ਨੇ ਕਿਰਪਾ ਦੇ ਘਰ ਵਿੱਚ ਆ ਕੇ ਗੋਜਰੀ ਦੀ ਵਾਰ ਚੋਂ ਅੱਜ ਦੇ ਪਵਿੱਤਰ ਸ੍ਰੀ ਮੁਖਵਾਕ ਦੀ ਦਾਤ ਸਾਨੂੰ ਸਾਰਿਆਂ ਨੂੰ ਬਖਸ਼ਿਸ਼ ਕੀਤੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਗੋਜਰੀ ਰਾਗ ਵਿੱਚ 2 ਵਾਰਾਂ ਦਰਜ ਹਨ। ਇਹ ਦੂਸਰੀ ਵਾਰ ਪੰਜਵੇਂ ਪਾਤਸ਼ਾਹ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਦੀ ਉਚਾਰਨ ਕੀਤੀ ਹੋਈ ਹੈ। ਆਓ ਮਨ ਬਿਰਤੀਆਂ ਇਕਾਗਰ ਕਰੀਏ। ਧਰਨ ਗਗਨ ਨਵ ਖੰਡ ਮੈਂ ਜੋਤ ਸਵਰੂਪੀ ਰਹੋ ਘਰ, ਭਨ ਮਥਰਾ ਕਛ ਭੇਦ ਨਹੀਂ ਗੁਰ ਅਰਜਨ ਪ੍ਰਤੱਖ ਹਰ। ਐਸੇ ਦੀਨ ਦਿਆਲ ਸਤਿਗੁਰਾਂ ਦੇ ਚਰਨਾਂ ਵਿੱਚ ਆਪਣਾ ਧਿਆਨ ਜੋੜਦੇ ਆਖੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ਼ਲੋਕ ਮਹੱਲਾ ਪੰਜਵਾ। ਆਦ ਮਦ ਅਰ ਅੰਤ ਪਰਮੇਸ਼ਰ ਰੱਖਿਆ। ਸ਼ਲੋਕ ਪੰਜਵੇਂ ਪਾਤਸ਼ਾਹ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਉਚਾਰਨ ਕਰ ਰਹੇ ਨੇ। ਆਦ ਪ੍ਰਾਰੰਭ ਵਿੱਚ ਪਹਿਲਾਂ, ਮੱਧ ਹੁਣ ਵਰਤਮਾਨ ਦੇ ਸਮੇਂ ਵਿੱਚ, ਅੰਤ ਤਿੰਨਾਂ ਕਾਲਾਂ ਵਿੱਚ ਪਾਰ ਬ੍ਰਹਮ ਪਰਮੇਸ਼ਰ ਆਪਣੇ ਸੇਵਕਾਂ ਦੀ, ਆਪਣੇ ਪਿਆਰਿਆਂ ਦੀ ਰੱਖਿਆ ਕਰਦਾ ਹੈ। ਜਿਹੜੇ ਉਹਦੀ ਪਨਾਹ ਵਿੱਚ ਨੇ, ਉਹਦੀ ਸ਼ਰਨ ਵਿੱਚ ਨੇ, ਤਿੰਨਾਂ ਦੀ ਰੱਖਿਆ ਕਰਦਾ। ਪਹਿਲਾਂ ਵੀ ਇਹ ਸੰਸਾਰ ਨੂੰ ਰੱਖਣ ਵਾਲਾ ਅਕਾਲ ਪੁਰਖ ਪਰਮੇਸ਼ਰ ਹੈ। ਹੁਣ ਇਸ ਮੱਧ ਦੇ ਸਮੇਂ ਵਿੱਚ, ਵਰਤਮਾਨ ਦੇ ਸਮੇਂ ਵਿੱਚ ਵੀ ਇਹ ਸੰਸਾਰ ਦੀ ਰੱਖਿਆ ਕਰਨ ਵਾਲਾ ਪਰਮੇਸ਼ਵਰ ਹੈ। ਔਰ ਅੰਤ ਨੂੰ ਜਦੋਂ ਸਭ ਕੁਝ ਵਿਲੈ ਹੋ ਜਾਵੇਗਾ, ਖਤਮ ਹੋ ਜਾਵੇਗਾ, ਉਸ ਵਕਤ ਵੀ ਇਹ ਸ੍ਰਿਸ਼ਟੀ ਦੀ, ਸੰਸਾਰ ਦੀ ਰਚਨਾ ਕਰਕੇ ਇਸ ਦੀ ਰੱਖਿਆ ਕਰਨ ਵਾਲਾ ਅਕਾਲ ਪੁਰਖ ਪਰਮੇਸ਼ਰ ਹੀ ਹੈ। ਤਿੰਨਾਂ ਕਾਲਾਂ ਵਿੱਚ ਉਸ ਦੀ ਹੋਂਦ ਹੈ। ਉਹ ਤ੍ਰਈ ਕਾਲ ਉਸ ਅਕਾਲ ਪੁਰਖ ਪਰਮੇਸ਼ਰ ਦੀ ਹਸਤੀ ਹੈ। ਉਹ ਤਿੰਨਾਂ ਕਾਲਾਂ ਵਿੱਚ ਅਕਾਲ ਪੁਰਖ ਵਾਹਿਗੁਰੂ ਪਾਰ ਬ੍ਰਹਮ ਪਰਮੇਸ਼ਰ ਨੇ ਸਾਡੀ ਰੱਖਿਆ ਕੀਤੀ ਹੈ। ਸਤਿਗੁਰ ਦਿੱਤਾ ਹਰ ਨਾਮ ਅੰਮ੍ਰਿਤ ਚਖਿਆ। ਸਤਿਗੁਰੂ ਜੀ ਨੇ ਸਾਡੇ ਤੇ ਤਰਸ ਕਰਕੇ, ਦਇਆ ਕਰਕੇ ਸਾਨੂੰ ਅੰਮ੍ਰਿਤ ਨਾਮ ਦੀ ਦਾਤ ਬਖਸ਼ਿਸ਼ ਕੀਤੀ ਹੈ। ਅੰਮ੍ਰਿਤ ਨਾਮ ਦੀ ਦਾਤ ਸਾਡੀ ਝੋਲੀ ਪਾਈ। ਐਸਾ ਅੰਮ੍ਰਿਤ ਨਾਮ, ਜਿਸ ਅੰਮ੍ਰਿਤ ਨਾਮ ਨੂੰ ਪ੍ਰਾਪਤ ਕਰਕੇ ਅਸੀਂ ਅੰਮ੍ਰਿਤ ਨੂੰ ਚਖਿਆ, ਆਪਣੇ ਨਿਜ ਆਤਮ ਸਵਰੂਪ ਨੂੰ ਜਾਣਿਆ। ਕਿਉਂਕਿ ਆਤਮਾ ਦਾ ਜਿਹੜਾ ਸਵਰੂਪ ਹੈ ਉਹ ਅੰਮ੍ਰਿਤ ਤਾਂ ਕਿਹਾ ਕਿਉਂਕਿ ਉਸ ਦਾ ਕਦੇ ਵਿਨਾਸ਼ ਨਹੀਂ ਹੈ। ਸਰੀਰ ਬਿਨਸਦਾ ਹੈ, ਸਰੀਰ ਦਾ ਧਰਮ ਹੈ ਬਿਨਸਣਾ, ਪਰ ਜੋ ਸਾਡਾ ਨਿਜ ਆਤਮ ਸਵਰੂਪ ਹੈ ਉਸ ਦਾ ਕਦੇ ਵੀ ਤ੍ਰਈ ਕਾਲ ਉਹਦੀ ਹੋਂਦ ਹੈ, ਹਸਤੀ ਹੈ, ਉਹ ਕਦੇ ਵੀ ਉਸ ਦਾ ਵਿਨਾਸ਼ ਨਹੀਂ ਹੈ। ਇਸ ਕਰਕੇ ਉਹਨੂੰ ਅੰਮ੍ਰਿਤ ਕਿਹਾ। ਜਿਸ ਵਕਤ ਸਤਿਗੁਰਾਂ ਨੇ ਸਾਨੂੰ ਹਰੀ ਪਰਮੇਸ਼ਰ ਦੇ ਅੰਮ੍ਰਿਤ ਨਾਮ ਦੀ ਦਾਤ ਬਖਸ਼ਿਸ਼ ਕੀਤੀ, ਉਸ ਨਾਮ ਦੀ ਬਰਕਤ ਨਾਲ ਅਸੀਂ ਆਪਣੇ ਨਿਜ ਆਤਮ ਸਵਰੂਪ ਨੂੰ ਚਖਿਆ ਹੈ। ਸਾਧਾ ਸੰਗ ਅਪਾਰ ਅਨ ਦਿਨ ਹਰ ਗੁਣ ਰਵੈ। ਸਾਧੂ ਜਨਾਂ ਦੀ ਸੰਗਤ ਵਿੱਚ ਅਪਾਰ ਪਾਰਾਵਾਰ ਤੋਂ ਰਹਿਤ ਨਿਰੰਕਾਰ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਗੁਣਾਂ ਨੂੰ ਅਸੀਂ ਰਾਤ ਦਿਨ ਅੱਠੇ ਪਹਿਰ ਨਿਰੰਤਰ ਇੱਕ ਰਸ ਗਾਇਨ ਕਰਦੇ ਹਾਂ।
ਸਾਧ ਸੰਗਤ ਕਿਹਾ ਹੀ ਉਸ ਨੂੰ ਜਾਂਦਾ ਜਿੱਥੇ ਨਿਰੰਕਾਰ ਦੇ ਗੁਣ ਗਾਇਨ ਹੋਣ। ਆਮ ਕਰਕੇ ਸਾਧ ਸੰਗਤ ਦਾ ਲੇਬਲ ਲਾ ਕੇ ਲੋਕ ਆਪਣੀਆਂ ਰੋਟੀਆਂ ਪਰੋਸਦੇ ਨੇ। ਉਹਨਾਂ ਵਿੱਚ ਸੋਹਿਲੇ ਰਾਜਨੀਤਿਕਾਂ ਦੇ ਗਾਏ ਜਾਂਦੇ ਨੇ, ਉਹਨਾਂ ਵਿੱਚ ਸੋਹਿਲੇ ਕਿਸੇ ਵਿਅਕਤੀ ਵਿਸ਼ੇਸ਼ ਦੇ ਗਾਇਨ ਕੀਤੇ ਜਾਂਦੇ ਹਨ। ਉਹਨੂੰ ਸਾਧ ਸੰਗਤ ਨਹੀਂ ਕਿਹਾ ਜਾ ਸਕਦਾ। ਸਾਧ ਸੰਗਤ ਦਾ ਲੇਬਲ ਉੱਤੇ ਜ਼ਰੂਰ ਲੱਗਾ ਹੈ ਤਾਂ ਜੋ ਧਾਰਮਿਕ ਤੌਰ ਤੇ ਲੋਕਾਂ ਨੂੰ ਪ੍ਰਭਾਵਿਤ ਕਰਕੇ ਆਪਣੇ ਵੱਲ ਖਿੱਚਿਆ ਜਾ ਸਕੇ। ਸਾਧ ਸੰਗਤ ਦਾ ਮਤਲਬ ਹੈ ਜਿੱਥੇ ਨਿਰੋਲ ਨਿਰੰਕਾਰ ਅਕਾਲ ਪੁਰਖ ਪਰਮੇਸ਼ਰ ਦੀ ਬਾਤ ਹੋਵੇ, ਗੁਰਬਾਣੀ ਦੀ ਬਾਤ ਹੋਵੇ, ਅਕਾਲ ਪੁਰਖ ਦੇ ਗੁਣਾਂ ਦਾ ਗਾਇਨ ਹੋਵੇ, ਉਸ ਤੋਂ ਇਲਾਵਾ ਦੂਸਰੀ ਕੋਈ ਬਾਤ ਹੀ ਨਹੀਂ, ਉਹਨੂੰ ਸਾਧ ਸੰਗਤ ਕਹਿੰਦੇ ਹਨ। ਪੰਜਵੇਂ ਪਾਤਸ਼ਾਹ ਕਹਿੰਦੇ ਸਾਧ ਸੰਗਤ ਦੇ ਵਿੱਚ ਅਪਾਰ ਪਾਰਾਵਾਰ ਤੋਂ ਰਹਿਤ ਨਿਰੰਕਾਰ ਪਰਮੇਸ਼ਰ ਦੇ ਗੁਣਾਂ ਨੂੰ ਅਸੀਂ ਰਾਤ ਦਿਨ 8 ਪਹਿਰ ਗਾਇਨ ਕਰਦੇ ਹਾਂ। ਪਾਏ ਮਨੋਰਥ ਸਭ ਜੋਨੀ ਨਹਿ ਭਵੈ। ਤੇ ਕਹਿਣ ਲੱਗੇ ਜਦੋਂ ਸਾਧ ਸੰਗਤ ਵਿੱਚ ਆ ਕੇ ਨਿਰੰਕਾਰ ਪਰਮੇਸ਼ਰ ਦੇ ਗੁਣਾਂ ਨੂੰ ਗਾਇਨ ਕਰੀਏ ਤਾਂ ਫਿਰ ਸਾਰੇ ਮਨੋਰਥ ਪ੍ਰਾਪਤ ਹੋ ਜਾਂਦੇ ਹਨ, ਸਾਰੇ ਮਨੋਰਥ ਸਿੱਧ ਹੋ ਜਾਂਦੇ ਹਨ। ਫਿਰ ਉਹਨਾਂ ਨੂੰ ਜੂਨੀਆਂ ਵਿੱਚ ਨਹੀਂ ਭਵਣਾ ਪੈਂਦਾ, ਆਵਾਗਾਉਣ ਦੇ ਚੱਕਰਾਂ ਵਿੱਚ ਨਹੀਂ ਭਟਕਣਾ ਪੈਂਦਾ। ਜਦੋਂ ਸਾਧ ਸੰਗਤ ਵਿੱਚ ਆ ਕੇ ਹਰੀ ਪਰਮੇਸ਼ਰ ਦੇ ਗੁਣਾਂ ਨੂੰ ਗਾਇਨ ਕਰੀਏ ਤੇ ਮਨ ਦੇ ਮਨੋਰਥ ਪੂਰਨ ਹੁੰਦੇ ਨੇ। ਏਦਾਂ ਕਹਿ ਸਕਦੇ ਹਾਂ ਸਾਧ ਸੰਗਤ ਉਹ ਕਾਮ ਧੇਨ ਗਊ ਹੈ ਜਿੱਥੇ ਜੋ ਮੰਗੀਏ ਪ੍ਰਾਪਤ ਹੋ ਜਾਂਦਾ। ਜਾਂ ਇਸ ਤਰ੍ਹਾਂ ਕਹਿ ਲਈਏ ਕਰੋੜਾਂ ਕਾਮ ਧੇਨ ਗਊਆਂ ਸਾਧ ਸੰਗਤ ਦੇ ਚਰਨਾਂ ਦੀ ਧੂੜੀ ਵਿੱਚ ਵਸਦੀਆਂ ਹਨ। ਜਿੱਥੇ ਮਨ ਦੇ ਮਨੋਰਥ ਸਿੱਧ ਹੁੰਦੇ ਨੇ ਉੱਥੇ ਫਿਰ ਇਸ ਜੀਵ ਨੂੰ ਜੂਨੀਆਂ ਵਿੱਚ ਨਹੀਂ ਭਟਕਣਾ ਪੈਂਦਾ, ਜੂਨੀਆਂ ਵਿੱਚ ਨਹੀਂ ਆਉਣਾ ਪੈਂਦਾ। ਸਭ ਕਿਛ ਕਰਤੇ ਹੱਥ ਕਾਰਣ ਜੋ ਕਰੈ। ਸਭ ਕੁਝ ਉਸ ਕਰਤਾ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਹੱਥ ਵਿੱਚ ਹੈ, ਨਿਰੰਕਾਰ ਦੇ ਹੱਥ ਵਿੱਚ ਹੈ। ਉਸ ਨੇ ਜੋ ਕਾਰਨ ਕਰਨਾ ਉਹ ਹੋ ਜਾਣਾ। ਅਚਾਨਕ ਅਸੀਂ ਸੋਚਦੇ ਹਾਂ ਵੀ ਇਹ ਕੰਮ ਕਿਵੇਂ ਹੋਵੇਗਾ, ਪਤਾ ਵੀ ਨਹੀਂ ਲੱਗਦਾ ਕਿ ਉਸ ਕੰਮ ਨੂੰ ਹੋਣ ਦਾ ਕੋਈ ਨਾ ਕੋਈ ਕਾਰਨ ਆਪਣੇ ਆਪ ਬਣ ਜਾਂਦਾ, ਸੁਤੇ ਸਿੱਧ ਹੋ ਜਾਂਦਾ। ਤੋ ਨਿਰੰਕਾਰ ਨੇ ਜੋ ਕਰਨਾ ਉਸ ਦਾ ਕਾਰਨ ਖੁਦ ਆਪ ਹੀ ਪਹਿਲਾਂ ਬਣਾ ਲੈਣਾ, ਕਿਉਂਕਿ ਕਾਰਨ ਤੋਂ ਬਾਅਦ ਵਿੱਚ ਕਾਰਜ ਹੁੰਦਾ ਨਾ। ਤੋ ਕਰਤਾ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਜੋ ਕਾਰਨ ਬਣਾਉਣਾ ਉਹ ਸੁਤੇ ਸਿੱਧ ਬਣਾ ਦੇਣਾ ਹੈ, ਸੁਤੇ ਸਿੱਧ ਉਹ ਸਬੱਬ ਬਣ ਜਾਣਾ ਹੈ। ਹਾਂਜੀ, ਨਾਨਕ ਮੰਗੈ ਦਾਨ ਸੰਤਾ ਧੂਰ ਤਰੈ। ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਕਹਿੰਦੇ, ਹੇ ਪ੍ਰਭੂ, ਮੈਂ ਤੁਹਾਡੇ ਚਰਨਾਂ ਵਿੱਚੋਂ ਦਾਨ ਮੰਗਦਾ ਹਾਂ, ਔਰ ਉਹ ਦਾਨ ਮੰਗਦਾ ਹਾਂ ਸਤਿਪੁਰਸ਼ਾਂ ਦੇ ਚਰਨਾਂ ਦੀ ਧੂੜੀ ਦਾ। ਕਿਰਪਾ ਕਰਕੇ ਮੈਨੂੰ ਇਹ ਦਾਨ ਬਖਸ਼ੋ ਕਿ ਤੁਹਾਡੇ ਨਾਮ ਜਪਣ ਵਾਲੇ ਸਤਿਪੁਰਸ਼ਾਂ ਦੇ ਚਰਨਾਂ ਦੀ ਧੂੜੀ ਮੈਨੂੰ ਮਿਲੇ, ਕਿਉਂਕਿ ਸੰਤ ਜਨਾਂ ਦੇ ਚਰਨਾਂ ਦੀ ਧੂੜੀ ਨਾਲ ਇਹ ਜੀਵ ਸੰਸਾਰ ਤੋਂ ਤਰ ਸਕਦਾ ਹੈ। ਹਾਂਜੀ, ਮਹੱਲਾ ਪੰਜਵਾ। ਤਿਸਨੋ ਮਨ ਵਸਾਏ ਜਿਨ ਉਪਾਇਆ। ਧੰਨ ਗੁਰੂ ਅਰਜਨ ਦੇਵ ਸਾਹਿਬ ਫਰਮਾਉਂਦੇ ਹਨ, ਜਿਸ ਨੇ ਇਸ ਸਾਰੀ ਸ੍ਰਿਸ਼ਟੀ ਨੂੰ ਪੈਦਾ ਕੀਤਾ, ਉਪਾਇਆ ਬਣਾਇਆ ਹੈ, ਇਸ ਨਿਰੰਕਾਰ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੂੰ ਅਸੀਂ ਆਪਣੇ ਮਨ ਵਿੱਚ ਵਸਾਇਆ ਹੈ। ਜਿਨ ਜਨ ਧਿਆਇਆ ਖਸਮ ਤਿਨ ਸੁਖ ਪਾਇਆ। ਜਿਨ੍ਹਾਂ ਜਨਾਂ ਨੇ ਉਸ ਖਸਮ ਮਾਲਕ ਵਾਹਿਗੁਰੂ ਪਾਰ ਬ੍ਰਹਮ ਪਰਮੇਸ਼ਰ ਨੂੰ ਧਿਆਇਆ ਹੈ, ਤਿਨਾਂ ਨੂੰ ਆਤਮਿਕ ਸੁਖ ਦੀ ਪ੍ਰਾਪਤੀ ਹੋਈ। ਸੰਸਾਰ ਦੇ ਪਦਾਰਥਾਂ ਵਿੱਚ ਸੁਖ ਨਹੀਂ, ਉਹ ਸੁਖ ਸਾਡੀ ਆਤਮਾ ਦੇ ਸੁਖ ਦਾ ਹੀ ਪ੍ਰਤੀਬਿੰਬ ਹੈ। ਸੰਸਾਰ ਦੇ ਪਦਾਰਥਾਂ ਵਿੱਚ ਸੁਖ ਨਹੀਂ, ਜੋ ਸੁਖ ਸਾਨੂੰ ਪਦਾਰਥਾਂ ਵਿੱਚ ਭਾਸ ਰਿਹਾ ਹੈ ਉਹ ਸਾਡੀ ਆਪਣੀ ਨਿਜ ਆਤਮਾ ਦਾ ਸੁਖ ਹੀ ਹੈ, ਜਿਹਦਾ ਪ੍ਰਤੀਬਿੰਬ ਉਹਦੇ ਵਿੱਚ ਨਜ਼ਰ ਆ ਰਿਹਾ। ਉਦਾਹਰਣ ਵਜੋਂ
ਸੂਰਜ ਦੀ ਰੌਸ਼ਨੀ ਸ਼ੀਸ਼ੇ ਵਿੱਚ ਪਈ, ਸ਼ੀਸ਼ੇ ਵਿੱਚੋਂ ਇੱਕ ਪ੍ਰਤੀਬਿੰਬ ਨਿਕਲਿਆ ਜੋ ਕੰਧ 'ਚ ਜਾ ਰਿਹਾ। ਦੀਵਾਰ ਵਿੱਚ ਦਿਸਣ ਵਾਲਾ ਉਹ ਪ੍ਰਤੀਬਿੰਬ ਦੀਵਾਰ ਦਾ ਨਹੀਂ ਹੈ। ਨਜ਼ਰ ਆ ਰਿਹਾ ਹੈ ਕਿ ਸ਼ਾਇਦ ਇਹ ਪ੍ਰਤੀਬਿੰਬ, ਇਹ ਪ੍ਰਕਾਸ਼ ਦੀਵਾਰ 'ਚੋਂ ਪੈਦਾ ਹੋ ਰਿਹਾ ਹੈ। ਉਹ ਪ੍ਰਤੀਬਿੰਬ ਨਾ ਤਾਂ ਦੀਵਾਰ ਦਾ ਹੈ, ਉਹ ਪ੍ਰਤੀਬਿੰਬ ਨਾ ਸ਼ੀਸ਼ੇ ਦਾ ਹੈ। ਉਹ ਪ੍ਰਤੀਬਿੰਬ ਉਸ ਸੂਰਜ ਦਾ ਹੈ ਜਿਹੜਾ ਉਸ ਸ਼ੀਸ਼ੇ ਦੇ ਵਿੱਚ ਆਪਣਾ ਅਕਸ਼ ਪਾ ਰਿਹਾ। ਆਤਮਾ ਜੋ ਹੈ ਉਹ ਸੂਰਜ ਦਾ ਪ੍ਰਕਾਸ਼ ਹੈ। ਸਾਡਾ ਜੋ ਅੰਤਸ਼ਕਰਨ ਹੈ ਉਹ ਸ਼ੀਸ਼ਾ ਹੈ। ਅੰਤਸ਼ਕਰਨ ਦੇ ਸ਼ੀਸ਼ੇ ਵਿੱਚ ਆਤਮਾ ਦੇ ਸੁੱਖ ਦਾ ਪ੍ਰਤੀਬਿੰਬ ਪਿਆ। ਸਾਡੇ ਉਸ ਅੰਤਸ਼ਕਰਨ ਦੇ ਸ਼ੀਸ਼ੇ ਵਿੱਚੋਂ ਇੱਕ ਬਿਰਤੀ ਨਿਕਲੀ ਅੱਖਾਂ ਦੁਆਰਾ, ਜਿਹੜੀ ਸਾਨੂੰ ਪਦਾਰਥਾਂ ਵਿੱਚ ਜਾ ਕੇ ਪਈ, ਤੇ ਉਹ ਸੁੱਖ ਪਦਾਰਥਾਂ ਵਿੱਚ ਨਜ਼ਰ ਆਉਣ ਲੱਗ ਪਿਆ। ਅਸਲ ਵਿੱਚ ਉਹ ਸੁੱਖ ਪਦਾਰਥਾਂ ਦਾ ਨਹੀਂ ਹੈ, ਉਹ ਸੁੱਖ ਅੰਤःਕਰਨ ਦਾ ਵੀ ਨਹੀਂ ਹੈ, ਉਹ ਸੁੱਖ ਸਾਡੀ ਨਿਜਾਤਮਾ ਦਾ ਹੈ, ਜਿਹੜਾ ਸਾਨੂੰ ਭਾਸ ਰਿਹਾ ਪਦਾਰਥਾਂ ਵਿੱਚ। ਜੇ ਪਦਾਰਥਾਂ ਵਿੱਚ ਸੁੱਖ ਹੁੰਦਾ ਤੇ ਬੇਹੋਸ਼ੀ ਦੀ ਹਾਲਤ ਵਿੱਚ ਪਏ ਹੋਏ ਬੰਦੇ ਨੂੰ ਜੂਸ ਵੀ ਪਿਆਇਆ ਜਾਂਦਾ, ਉਹਨੂੰ ਉਹਦੇ ਸਵਾਦ ਦਾ ਕਿਉਂ ਨਹੀਂ ਪਤਾ? ਜੇ ਰਸ ਜਾਂ ਮਿਠਾਸ ਉਸ ਜੂਸ ਵਿੱਚ ਹੁੰਦੀ ਤਾਂ ਉਸ ਬੇਹੋਸ਼ੀ ਵਿੱਚ ਪਏ ਹੋਏ ਮਨੁੱਖ ਨੂੰ ਪਤਾ ਹੋਣਾ ਚਾਹੀਦਾ ਵੀ ਇਹਦਾ ਕੀ ਰਸ ਹੈ। ਯਾਨੀ ਕਿ ਸੁੱਖ ਕੇਵਲ ਆਤਮਾ ਦਾ ਹੈ। ਸਾਡੀ ਕਲਪਨਾ ਉਹਨਾਂ ਪਦਾਰਥਾਂ ਵਿੱਚ ਹੋ ਜਾਂਦੀ ਹੈ। ਪਾਤਸ਼ਾਹ ਇੱਥੇ ਕਹਿੰਦੇ, ਜਿਨ੍ਹਾਂ ਨੇ ਉਸ ਖਸਮ ਨਿਰੰਕਾਰ ਅਕਾਲ ਪੁਰਖ ਪਰਮੇਸ਼ਰ ਨੂੰ ਧਿਆਇਆ ਹੈ, ਤਿਨਾਂ ਨੂੰ ਆਪਣੇ ਨਿਜ ਆਤਮਿਕ ਸੁੱਖ ਦੀ ਪ੍ਰਾਪਤੀ ਹੋਈ ਹੈ। ਸਫਲ ਜਨਮ ਪਰਵਾਨ ਗੁਰਮੁਖ ਆਇਆ। ਉਹਨਾਂ ਦਾ ਜਨਮ ਸਫਲ ਹੈ, ਉਹਨਾਂ ਦਾ ਇਸ ਮਾਤ ਲੋਕ ਦੀ ਧਰਤੀ ਤੇ ਆਉਣਾ ਪ੍ਰਵਾਨ ਹੈ, ਔਰ ਇਹ ਸਫਲਤਾ ਉਹਨਾਂ ਨੂੰ ਗੁਰੂ ਦੇ ਮੁਖ ਦੁਆਰਾ ਪ੍ਰਾਪਤ ਹੋਈ। ਜਾਂ ਇਸ ਤਰ੍ਹਾਂ ਕਹਿ ਲਈਏ, ਗੁਰਮੁਖਾਂ ਦਾ ਇਸ ਮਾਤ ਲੋਕ ਦੀ ਧਰਤੀ ਤੇ ਆਇਆ ਹੋਇਆ ਪ੍ਰਵਾਨ ਹੈ। ਗੁਰਮੁਖਾਂ ਦੀ ਜ਼ਿੰਦਗੀ ਸਫਲੀ ਤੇ ਸਕਾਰਥੀ ਹੈ। ਹੁਕਮੈ ਬੁੱਝ ਨਿਹਾਲ ਖਸਮ ਫਰਮਾਇਆ। ਜਿਨ੍ਹਾਂ ਨੇ ਆਪਣੇ ਮਾਲਕ ਦੇ ਫਰਮਾਏ ਹੋਏ ਹੁਕਮ ਨੂੰ ਬੁੱਝਿਆ। ਸੁਆਮੀ ਨੇ ਹੁਕਮ ਫਰਮਾਇਆ, ਖਸਮ ਨੇ, ਮਾਲਕ ਨੇ ਹੁਕਮ ਦਿੱਤਾ, ਔਰ ਉਸ ਹੁਕਮ ਨੂੰ ਬੁੱਝਿਆ ਜਿਨ੍ਹਾਂ ਨੇ, ਜਾਣਿਆ, ਉਹ ਨਿਹਾਲ ਹੋ ਗਏ, ਉਹ ਕਿਰਤਾਰਥ ਹੋ ਗਏ। ਦਰਅਸਲ ਸਾਨੂੰ ਤਾਂ ਸਾਹਿਬ ਦੇ ਹੁਕਮ ਦੀ ਸੋਝੀ ਨਹੀਂ ਹੈ। ਹੁਕਮ ਸੁਣਦੇ ਵੀ ਹਾਂ, ਹੁਕਮਨਾਮਾ ਹੁਣ ਵੀ ਵਿਚਾਰ ਰਹੇ ਹਾਂ, ਪਰ ਇਸ ਹੁਕਮ ਨੂੰ ਬੁੱਝ ਕੇ ਉਹਦੇ ਵਿੱਚ ਸੁਰਤ ਨੂੰ ਜੋੜਨਾ ਇਹ ਕਿਸੇ ਵਿਰਲੇ ਦੇ ਹਿੱਸੇ ਆਉਂਦਾ। ਤੇ ਜਿਹੜੇ ਹੁਕਮ ਨੂੰ ਬੁੱਝ ਲੈਂਦੇ ਨੇ ਫਿਰ ਉਹ ਨਿਹਾਲ ਹੋ ਜਾਂਦੇ ਨੇ, ਕਿਰਤਾਰਥ ਹੋ ਜਾਂਦੇ ਨੇ। ਪਾਤਸ਼ਾਹ ਕਹਿੰਦੇ, ਜਿਨ੍ਹਾਂ ਨੇ ਆਪਣੇ ਮਾਲਕ ਦੇ ਹੁਕਮ ਨੂੰ ਬੁੱਝਿਆ ਹੈ ਉਹ ਨਿਹਾਲ ਹੋ ਗਏ, ਕਿਰਤਾਰਥ ਹੋ ਗਏ। ਜਿਸ ਹੋਆ ਆਪ ਕਿਰਪਾਲ ਸੋ ਨਹਿ ਪਰਮਾਇਆ। ਜਿਨ੍ਹਾਂ ਤੇ ਵਾਹਿਗੁਰੂ ਜੀ ਆਪ ਕਿਰਪਾਲ ਹੁੰਦੇ ਹਨ, ਕਿਰਤਾਰਥ ਹੁੰਦੇ ਹਨ, ਉਹ ਭਰਮਾਂ ਵਿੱਚ ਨਹੀਂ ਪੈਂਦੇ, ਉਹ ਭਰਮਾਂ ਤੇ ਭੁਲੇਖਿਆਂ ਵਿੱਚ ਨਹੀਂ ਪੈਂਦੇ। ਜਿਨ੍ਹਾਂ ਤੇ ਸਤਿਗੁਰੂ ਜੀ ਕਿਰਪਾਲ ਹੋਣ, ਦੁਨੀਆ ਭਰਮਾਉਣਾ ਚਾਹੇ ਵੀ ਤਾਂ ਉਹ ਨਹੀਂ ਭਰਮਦੇ। ਜੋ ਜੋ ਦਿੱਤਾ ਖਸਮ ਸੋਈ ਸੁਖ ਪਾਇਆ। ਉਹ ਕਹਿੰਦੇ ਜੋ ਜੋ ਖਸਮ ਨੇ ਦਿੱਤਾ ਹੈ ਉਹਦੇ ਵਿੱਚ ਹੀ ਉਹ ਸੁੱਖ ਮਾਣਦੇ ਨੇ, ਯਾਨੀ ਕਿ ਜਥਾ ਲਾਭ ਸੰਤੁਸ਼ਟ ਦਾ ਸੁੱਖ ਮਾਣਦੇ ਨੇ ਵੀ ਸਾਡੇ ਮਾਲਕ ਨੇ ਜੋ ਸਾਨੂੰ ਦਿੱਤਾ ਇਹਦੇ ਵਿੱਚ ਸਾਨੂੰ ਸੰਤੁਸ਼ਟੀ। ਇਹਦੇ ਤੋਂ ਵੱਡਾ ਸੁੱਖ ਨਹੀਂ ਹੈ ਦੁਨੀਆ 'ਚ। ਸਭ ਤੋਂ ਵੱਡਾ ਸੁੱਖ ਹੈ ਜੋ ਮਾਲਕ ਨੇ ਦਿੱਤਾ ਉਹਦੇ 'ਚ ਸੰਤੁਸ਼ਟੀ ਹੋਣੀ। ਜੇ ਸੰਤੁਸ਼ਟੀ ਨਹੀਂ ਹੈ, ਇੱਥੇ ਸਾਰੀ ਦੁਨੀਆ ਨੂੰ ਖਰੀਦਣ ਵਾਲੇ ਲੋਕ ਵੀ ਨੇ ਸੰਸਾਰ 'ਚ, ਤਾਂ ਉਹ ਸੁਖੀ ਨਹੀਂ ਹਨ। ਤੇ ਜਿਨ੍ਹਾਂ ਨੂੰ ਸਾਹਿਬ ਨੇ ਸੰਤੁਸ਼ਟੀ ਦੇ ਦਿੱਤੀ ਹੈ ਉਹ ਸੁਖੀ ਨੇ। ਉਹ ਕਹਿੰਦੇ ਜੋ ਜੋ ਸਾਡੀ ਪਰਾਲਬਧ ਸੀ ਉਹਦੇ ਮੁਤਾਬਕ ਮਾਲਕ ਨੇ ਸਾਨੂੰ ਦੇ ਦਿੱਤਾ, ਸਾਨੂੰ ਸੰਤੁਸ਼ਟੀ ਹੈ। ਜੋ ਮਿਲਿਆ ਇਹਦੇ 'ਚ ਸੰਤੁਸ਼ਟ ਹੈ।
ਇਹਦੇ ਤੋਂ ਵੱਧ ਕਾਂਖਾ ਵੀ ਨਹੀਂ, ਨਾ ਤ੍ਰਿਸ਼ਨਾ ਹੈ ਕਿ ਮਿਲੇ। ਇਹ ਬੜੀ ਵੱਡੀ ਅਮੋਲਕ ਦਾਤ ਹੈ ਸੰਤੁਸ਼ਟੀ ਦੀ। ਯਥਾ ਲਾਭ ਸੰਤੁਸ਼ਟਾ, ਜੋ ਮਿਲ ਜਾਏ ਉਹਦੇ ਚ ਸੰਤੁਸ਼ਟ। ਜਗਤ ਗੁਰੂ ਬਾਬਾ ਜੀ ਨੇ ਜਿਸ ਵਕਤ ਕਿਹਾ ਨਾ ਮੁੰਦਾ ਸੰਤੋਖ, ਤਾਂ ਸਿੱਧ ਕਹਿੰਦੇ ਜੀ ਸੰਤੋਖ ਇੱਕ ਹੁੰਦਾ ਹੈ, ਮੁੰਦਰਾਂ ਦੋ ਹੁੰਦੀਆਂ ਨੇ, ਤੇ ਕੰਨ ਦੋ ਨੇ, ਤੇ ਦੋਹਾਂ ਕੰਨਾਂ 'ਚ ਮੁੰਦਰਾਂ ਹੋਣੀਆਂ ਚਾਹੀਦੀਆਂ ਨੇ। ਇੱਕ 'ਚ ਤੁਸੀਂ ਸੰਤੋਖ ਦੀ ਮੁੰਦਰਾ ਪਾ ਲਈ ਹੈ, ਦੂਜੇ 'ਚ ਸਾਡੀ ਪਾ ਲਓ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਸਿੱਧੋ ਚਲਾਕੀ ਨਹੀਂ ਚੱਲਦੀ। ਸੰਤੋਖ ਵੀ ਦੋ ਤਰ੍ਹਾਂ ਦਾ ਹੈ। ਇੱਕ ਉਹ ਜੋ ਮਿਲ ਗਿਆ ਉਹਦੇ 'ਚ ਸੰਤੁਸ਼ਟ, ਤੇ ਇੱਕ ਉਹ ਵੀ ਸੰਤੋਖ ਹੈ ਕੁਝ ਨਾ ਮਿਲੇ ਤਾਂ ਵੀ ਸੰਤੁਸ਼ਟ, ਨਾ ਮਿਲੇ ਤਾਂ ਵੀ ਸੰਤੁਸ਼ਟੀ। ਇਹ ਦੋ ਪ੍ਰਕਾਰ ਦਾ ਸੰਤੋਖ ਹੈ, ਤੇ ਖਾਲਸੇ ਨੂੰ ਸਤਿਗੁਰਾਂ ਨੇ ਦੋਵੇਂ ਸੰਤੋਖ ਬਖਸ਼ੇ। ਕਦੇ ਕਈ ਦਿਨਾਂ ਬਾਅਦ ਜੇ ਅਲੂਣਾ ਸਾਗ ਵੀ ਮਿਲਦਾ ਸਿੰਘਾਂ ਨੂੰ ਛਕਣ ਵਾਸਤੇ, ਤੇ ਛਕ ਕੇ ਕਹਿੰਦੇ ਦਾਤਿਆ ਤੇਰਾ ਸ਼ੁਕਰ ਹੈ। ਤੇ ਕਈ ਵਾਰ ਰਾਤ ਨੂੰ ਠੰਡਾ ਪਾਣੀ ਪੀ ਕੇ ਵੀ ਸਮਝਦੇ ਨੇ, ਤੇ ਤਾਂ ਵੀ ਕਹਿੰਦੇ ਨੇ ਸੰਤੁਸ਼ਟ ਦੇ ਸਹਿਤ ਸਾਹਿਬ ਜੀ ਕਲਗੀਧਰ ਜੀ ਤੁਹਾਡਾ ਸ਼ੁਕਰ। ਕਹਿੰਦੇ ਜੋ ਜੋ ਦਿੱਤਾ ਖਸਮ ਸੋਈ ਸੁਖ ਪਾਇਆ। ਜੋ ਜੋ ਖਸਮ ਨੇ ਦੇ ਦਿੱਤਾ ਉਹਦੇ ਵਿੱਚ ਉਹਨਾਂ ਨੇ ਸੁਖ ਪਾਇਆ, ਵੀ ਮੇਰੇ ਮਾਲਕ ਨੇ ਮੈਨੂੰ ਇਹ ਵਸਤ ਦਿੱਤੀ ਹੈ, ਉਹਦਾ ਧੰਨਵਾਦ ਹੈ, ਉਹਦਾ ਸ਼ੁਕਰ ਹੈ, ਔਰ ਉਹ ਸੰਤੁਸ਼ਟੀ ਸਹਿਤ ਸੁਖ ਪਾਉਂਦੇ ਹਨ। ਨਾਨਕ ਜਿਸ ਦਇਆਲ ਬੁਝਾਏ ਹੁਕਮ ਮਿਤ। ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਕਹਿੰਦੇ ਜਿਨ੍ਹਾਂ ਤੇ ਸਾਹਿਬ ਜੀ ਦਇਆਲ ਹੁੰਦੇ ਨੇ, ਕਿਰਪਾ ਦੇ ਘਰ ਵਿੱਚ ਆਉਂਦੇ ਨੇ, ਉਹਨਾਂ ਨੂੰ ਆਪਣਾ ਹੁਕਮ ਬੁਝਾਉਂਦੇ ਨੇ। ਉਹਨਾਂ ਮਿੱਤਰਾਂ ਨੂੰ, ਆਪਣੇ ਪਿਆਰਿਆਂ ਨੂੰ ਆਪਣਾ ਹੁਕਮ ਬੁਝਾਉਂਦੇ ਹਨ, ਜਣਾਉਂਦੇ ਹਨ। ਜਿਸ ਭੁਲਾਏ ਆਪ ਮਰ ਮਰ ਜਮਹਿ ਨਿਤ। ਤੇ ਜਿਨ੍ਹਾਂ ਨੂੰ ਮੇਰੇ ਮਾਲਕ ਨੇ ਆਪ ਹੀ ਭੁਲਾਇਆ ਹੋਇਆ ਵੀ ਭੁੱਲੇ ਰਹੋ, ਪਾਤਸ਼ਾਹ ਕਹਿੰਦੇ ਉਹ ਮਰ ਮਰ ਕੇ ਜੰਮਦੇ ਨੇ, ਤੇ ਨਿਤ ਮਰਦੇ ਨੇ, ਨਿਤ ਜੰਮਦੇ ਨੇ। ਉਹ ਜਨਮ ਮਰਨ ਦੇ ਚੱਕਰਾਂ 'ਚ ਭਟਕਦੇ ਰਹਿੰਦੇ ਹਨ। ਔੜੀ ਨਿੰਦਕ ਮਾਰੇ ਤਤਕਾਲ ਖਿਨ ਟਿਕਣ ਨਾ ਦਿੱਤੇ। ਪੌੜੀ ਗੁਰੂ ਅਰਜਨ ਦੇਵ ਸਾਹਿਬ ਉਚਾਰਦੇ ਹਨ। ਰੱਬ ਦੇ ਪਿਆਰਿਆਂ ਦੀ ਸੋਭਾ, ਕਹਿੰਦੇ ਜਿਹੜੇ ਰੱਬ ਦੇ ਪਿਆਰਿਆਂ ਦੇ ਨਿੰਦਕ ਹਨ, ਨਿੰਦਕ ਕਦੇ ਨਹੀਂ ਵੇਖਦਾ ਕਿ ਮੈਂ ਜਿਸ ਦੀ ਨਿੰਦਾ ਕਰ ਰਿਹਾ ਹਾਂ ਉਹ ਕੌਣ ਹੈ। ਨਿੰਦਕ ਦਾ ਸੁਭਾਅ ਹੈ ਉਹਨੇ ਨਿੰਦਾ ਕਰਨੀ। ਕੁੱਤਾ ਇਹ ਨਹੀਂ ਵੇਖਦਾ ਕਿ ਮੈਂ ਰਾਜ ਤਖਤ ਤੇ ਬੈਠਾ, ਉਹਦਾ ਸੁਭਾਅ ਹੈ ਉਹਨੇ ਜਾ ਕੇ ਚੱਕੀ ਦੇ ਉੱਤੇ ਪਿਆ ਚੀਥੜਾ ਚੱਟਣਾ ਹੀ ਚੱਟਣਾ। ਨਿੰਦਕ ਦਾ ਸੁਭਾਅ ਹੈ ਉਹਨੇ ਨਿੰਦਾ ਕਰਨੀ। ਉਹਨੇ ਇਹ ਨਹੀਂ ਵੇਖਣਾ ਕਿ ਮੈਂ ਜਿਸ ਦੀ ਨਿੰਦਾ ਕਰ ਰਿਹਾ ਉਹ ਕੌਣ ਹੈ। ਉਹ ਕੋਈ ਮਹਾਤਮਾ ਹੈ, ਕੋਈ ਸਾਧੂ ਹੈ, ਜਾਂ ਕੋਈ ਸੰਸਾਰੀ ਮਨੁੱਖ ਹੈ। ਉਹਨੇ ਬਸ ਆਪਣੀ ਉਹ ਨਿੰਦਾ ਕਰਨ ਦੀ ਬਿਰਤੀ ਚੋਂ ਰਸ ਲੈਣਾ। ਉਹ ਨਿੰਦਕ ਫਿਰ ਰੱਬ ਦੇ ਪਿਆਰਿਆਂ ਦੀ ਵੀ ਨਿੰਦਾ ਕਰਦੇ ਨੇ, ਤੇ ਜਿਹੜੇ ਰੱਬ ਦੇ ਪਿਆਰਿਆਂ ਦੀ ਨਿੰਦਾ ਕਰਦੇ ਨੇ ਉਹਨਾਂ ਨਿੰਦਕਾਂ ਦੀ ਗੱਲ ਇੱਥੇ ਗੁਰੂ ਅਰਜਨ ਦੇਵ ਸਾਹਿਬ ਕਰ ਰਹੇ ਨੇ। ਨਿੰਦਕ ਮਾਰੇ ਤਤਕਾਲ, ਤਤਕਾਲ ਉਸੇ ਵੇਲੇ ਹੀ ਨਿੰਦਕਾਂ ਨੂੰ ਨਿਰੰਕਾਰ ਪਰਮੇਸ਼ਰ ਨੇ ਮਾਰ ਦਿੱਤਾ ਆਪਣੀ ਤਰਫੋਂ, ਵੀ ਇਹ ਮੇਰੇ ਵੱਲੋਂ ਮਰੇ ਹੋਏ ਨੇ ਜਿਹੜੇ ਮੇਰੇ ਪਿਆਰਿਆਂ ਦੀ ਨਿੰਦਾ ਕਰਦੇ। ਤਤਕਾਲ ਉਸੇ ਵੇਲੇ ਆਪਣੇ ਵੱਲੋਂ ਮਾਰ ਦਿੱਤਾ ਉਹਨਾਂ ਨੂੰ, ਇਹ ਮਰੇ ਹੋਏ ਨੇ। ਖਿਨ ਟਿਕਣ ਨਾ ਦਿੱਤੇ, ਇੱਕ ਖਿਦ ਮਾਤਰ ਵੀ ਉਹਨਾਂ ਨੂੰ ਟਿਕਣ ਨਹੀਂ ਦਿੱਤਾ। ਜਿਹੜਾ ਨਿੰਦਕ ਹੁੰਦਾ ਨਾ ਉਹਦਾ ਦੁਨੀਆ ਦੇ ਵਿੱਚ ਕੋਈ ਸਤਿਕਾਰ ਨਹੀਂ ਹੁੰਦਾ। ਲੋਕ ਉਹਦੇ ਸਾਹਮਣੇ ਗੱਲ ਕਰਨ ਤੋਂ ਵੀ ਗੁਰੇਜ਼ ਕਰਦੇ ਆ ਵੀ ਇਹ ਨਿੰਦਕ ਬੰਦਾ, ਉਹਦੇ ਕੋਲ ਬੈਠੇ ਵੀ ਤੇ ਉਹਦੇ ਕੋ ਪਾਸਾ ਵਟਾ ਕੇ ਚਲੇ ਜਾਣਗੇ, ਜਾਂ ਉਹਨੂੰ ਕਹਿਣਗੇ ਵੀ ਜਾ ਇੱਥੋਂ ਉੱਠ ਕੇ ਚਲਾ ਜਾ, ਅਸੀਂ ਕੋਈ ਆਪਣੀ ਗੱਲ ਕਰਨੀ।
ਉਹਨਾਂ ਨੂੰ ਕਿਤੇ ਕਿਤੇ ਖਿੰਨ ਮਾਤਰ ਵੀ ਵਾਹਿਗੁਰੂ ਟਿਕਣ ਨਹੀਂ ਦਿੰਦਾ, ਨਾ ਇਸ ਲੋਕ ਵਿੱਚ ਤੇ ਨਾ ਪਰਲੋਕ ਵਿੱਚ। ਪ੍ਰਭ ਦਾਸ ਕਾ ਦੁਖ ਨਾ ਖਵ ਸਕਹਿ, ਫੜ ਜੋਨੀ ਜੁਤੇ। ਕਹਿਣ ਲੱਗੇ ਪ੍ਰਭੂ ਆਪਣਿਆਂ ਦਾਸਾਂ ਦਾ ਦੁੱਖ ਬਰਦਾਸ਼ਤ ਨਹੀਂ ਕਰ ਸਕਦਾ। ਪ੍ਰਭ ਦਾਸ ਕਾ ਦੁੱਖ ਨਾ ਖਾਵ ਸਕੇ। ਖਾਵ ਦਾ ਮਤਲਬ ਹੁੰਦਾ ਬਰਦਾਸ਼ਤ ਕਰਨਾ, ਸਹਿਣ ਕਰਨਾ। ਪਰਮਾਤਮਾ ਆਪਣੇ ਪਿਆਰਿਆਂ ਦਾ ਦੁੱਖ ਬਰਦਾਸ਼ਤ ਨਹੀਂ ਕਰ ਸਕਦਾ, ਆਪਣੇ ਭਗਤਾਂ ਦਾ ਦੁੱਖ ਬਰਦਾਸ਼ਤ ਨਹੀਂ ਕਰ ਸਕਦਾ। ਔਰ ਜਿਹੜਾ ਉਹਨਾਂ ਨੂੰ ਦੁੱਖ ਦਿੰਦਾ ਹੈ, ਵਾਹਿਗੁਰੂ ਜੀ ਫੜ ਕੇ ਉਹਨਾਂ ਮਨੁੱਖਾਂ ਨੂੰ ਜੋਨੀਆਂ ਦੇ ਵਿੱਚ ਪਾ ਦਿੰਦੇ। ਫੜ ਜੋਨੀ ਜੁੱਤੇ, ਜੋੜ ਦਿੱਤਾ ਜੋਨੀਆਂ ਵਿੱਚ। ਭਟਕਦੇ ਰਹੋ, ਤੁਸੀਂ ਬੰਦੇ ਬਣਨ ਦੇ ਲਾਇਕ ਹੀ ਨਹੀਂ। ਮੇਰਿਆਂ ਪਿਆਰਿਆਂ ਨੂੰ ਭਗਤਾਂ ਨੂੰ ਦੁੱਖ ਦਿੰਦੇ। ਉਹਨਾਂ ਨੂੰ ਵਾਹਿਗੁਰੂ ਜੀ 84 ਲੱਖ ਜੂਨੀਆਂ ਦੇ ਵਿੱਚ ਜੋੜ ਦਿੰਦੇ ਨੇ। ਉਹ ਭਟਕਦੇ ਰਹਿੰਦੇ ਨੇ ਬੰਦੇ। ਵਾਹਿਗੁਰੂ ਜੀ, ਪ੍ਰਭੂ ਜੀ ਆਪਣਿਆਂ ਦਾਸਾਂ ਦਾ ਦੁੱਖ ਵੇਖ ਕੇ ਬਰਦਾਸ਼ਤ ਨਹੀਂ ਕਰ ਸਕਦਾ, ਬਰਦਾਸ਼ਤ ਨਹੀਂ ਕਰ ਸਕਦਾ। ਉਹ ਤਾਂ ਖੁਦ ਆਪ ਬੌੜਦੇ ਹਨ, ਖੁਦ ਆਪ ਬੌੜਦੇ ਹਨ। ਐਸਾ ਵੀ ਨਹੀਂ ਕਿ ਕਿਸੇ ਦੂਜੇ ਨੂੰ ਭੇਜ ਦੇਣ, ਖੁਦ ਆਪ ਬੌੜਦੇ ਹਨ। ਐਸੇ ਹਨ। ਹਾਂਜੀ। ਮੱਥੇ ਵਾਲ ਪਛਾੜਿਆਨ, ਜਮ ਮਾਰਗ ਮੁੱਤੇ। ਉਹਨਾਂ ਲੋਕਾਂ ਨੂੰ ਜਿਹੜੇ ਰੱਬ ਦੇ ਪਿਆਰਿਆਂ ਨੂੰ ਦੁੱਖ ਦਿੰਦੇ ਨੇ, ਰੱਬ ਦੇ ਪਿਆਰਿਆਂ ਦੀ ਨਿੰਦਾ ਕਰਦੇ ਨੇ, ਵਾਹਿਗੁਰੂ ਜੀ ਦੇ ਹੁਕਮ ਨਾਲ ਜਮ ਉਹਨਾਂ ਦੇ ਮੱਥੇ ਦੇ ਫੜੇ, ਸਿਰ ਦੇ ਵਾਲਾਂ ਨੂੰ, ਇੱਥੇ ਮੱਥੇ ਦਾ ਅਰਥ ਕਰਾਂਗੇ ਸਿਰ ਦੇ ਵਾਲਾਂ ਤੋਂ ਪਕੜ ਕੇ ਧੂੰਦੇ ਨੇ, ਪਛਾੜ ਕੇ, ਔਰ ਧੂ ਕੇ ਜਮ ਮਾਰਗ ਮੁੱਤੇ। ਪੋਠੋਹਾਰੀ ਬੋਲੀ ਵਿੱਚ ਆਪਾਂ ਕਹਿੰਦੇ ਆ ਪਾਉਂਦੇ ਨੇ, ਉਸ ਪਾਸੇ ਲੈ ਜਾਂਦੇ ਨੇ, ਤੇ ਪੋਠੋਹਾਰ ਦੇ ਇਲਾਕੇ ਦੇ ਵਿੱਚ ਕਿਹਾ ਜਾਂਦਾ ਮੁੱਤੇ। ਪੋਠੋਹਾਰ ਵਿੱਚ ਗੁਰੂ ਪਾਤਸ਼ਾਹ ਜੀ ਦੀ ਬੜੀ ਸਿੱਖੀ ਸੇਵਕੀ ਰਹੀ। ਹੁਣ ਵੀ ਬਹੁਤ ਸਾਰੇ ਸਥਾਨ ਜਿਹੜੇ ਉਸ ਪੋਠੋਹਾਰ ਦੇ ਇਲਾਕੇ ਚੋਂ, ਪਾਕਿਸਤਾਨ ਤੋਂ ਇੱਧਰ ਆਏ, ਲਹਿੰਦੇ ਪੰਜਾਬ ਚੋਂ, ਉਹਨਾਂ ਇੱਥੇ ਆ ਕੇ ਧੰਨ ਪੋਠੋਹਾਰ ਦੇ ਨਾਂ ਤੇ ਗੁਰੂ ਘਰ ਸਥਾਪਿਤ ਕੀਤੇ, ਆਪਣੇ ਉਸ ਇਲਾਕੇ ਨੂੰ ਚੇਤੇ ਕਰਕੇ। ਬੜੇ ਬੜੇ ਸਤਿਪੁਰਸ਼ ਮਹਾਂਪੁਰਸ਼ ਉਸ ਇਲਾਕੇ ਵਿੱਚ ਗੁਰੂ ਸਾਹਿਬ ਦੇ ਸਮੇਂ ਤੋਂ ਪ੍ਰਗਟ ਹੋਏ। ਉਹ ਪੋਠੋਹਾਰੀ ਬੋਲੀ ਦੇ ਵਿੱਚ ਮੁੱਤੇ ਕਹਿੰਦੇ ਨੇ, ਲੈ ਕੇ ਜਾਣਾ, ਪਾਉਣਾ। ਵੀ ਉਹਨਾਂ ਨੂੰ ਜੰਮ ਉਸ ਰਾਹ ਦੇ ਉੱਤੇ ਪਾਉਂਦੇ ਨੇ ਜਿਹੜੇ ਬੜੇ ਭਿਆਨਕ ਰਾਹ ਹਨ, ਬੜੇ ਡਰਾਉਣੇ ਤੇ ਪਿਹਾਵਲੇ ਰਾਹ ਹਨ। ਦੁੱਖ ਲੱਗੈ ਬਿਲ ਲਾਣਿਆ, ਨਰਕ ਘੋਰ ਸੁੱਤੇ। ਇਹੋ ਜਿਹੇ ਜਿਹੜੇ ਲੋਕ ਨੇ ਮਨਮੁਖ ਤੇ ਸਾਖਤ, ਉਹ ਫਿਰ ਦੁੱਖ ਲੱਗਦੇ ਨੇ ਜਦੋਂ ਤੇ ਵਿਰਲਾਪ ਕਰਦੇ ਹਨ। ਉਹਨਾਂ ਨੂੰ ਘੋਰ ਨਰਕਾਂ ਦੀ ਅੱਗ ਦੇ ਵਿੱਚ ਸੁੱਟਿਆ ਜਾਂਦਾ। ਸੁੱਤੇ ਦਾ ਇੱਥੇ ਅਰਥ ਹੈ ਸੁੱਟਣਾ। ਘੋਰ ਨਰਕਾਂ ਦੇ ਵਿੱਚ ਉਹਨਾਂ ਲੋਕਾਂ ਨੂੰ ਸੁੱਟਿਆ ਜਾਂਦਾ ਹੈ। ਕੰਠ ਲਾਏ ਦਾਸ ਰੱਖਿਆ ਨਾ, ਨਾਨਕ ਹਰਿ ਸਤੇ। ਧੰਨ ਗੁਰੂ ਅਰਜਨ ਦੇਵ ਸਾਹਿਬ ਕਹਿੰਦੇ ਹਰੀ ਸਤ ਹੈ, ਅਕਾਲ ਪੁਰਖ ਪਰਮੇਸ਼ਰ ਸਤ ਹੈ। ਉਸ ਸਤ ਸਰੂਪ ਵਾਹਿਗੁਰੂ ਨੇ ਆਪਣਿਆਂ ਦਾਸਾਂ ਨੂੰ ਆਪਣੇ ਗਲ ਨਾਲ ਲਾ ਕੇ ਰੱਖਿਆ, ਆਪਣੇ ਕੰਠ ਨਾਲ ਲਾ ਕੇ ਰੱਖਿਆ। ਕੰਠ ਲਾਏ ਅਵਗੁਣ ਸਭ ਮਿਟੈ, ਦਇਆਲ ਪੁਰਖ ਬਖਸ਼ੰਦ। ਵਾਹਿਗੁਰੂ ਜੀ ਨੇ ਆਪਣਿਆਂ ਦਾਸਾਂ ਨੂੰ ਆਪਣੇ ਕੰਠ ਨਾਲ, ਆਪਣੇ ਗਲ ਨਾਲ ਲਾ ਕੇ ਰੱਖਿਆ।